ਤਾਂ ਚਲੋ ਫਰੈਂਡਸ, ਆਪਾਂ ਪਿਛਲੇ ਵੀਡੀਓ ਦੇ ਵਿੱਚ ਪ੍ਰਾਚੀਨ ਭਾਰਤ ਦਾ ਇਤਿਹਾਸ ਸ਼ੁਰੂ ਕੀਤਾ ਸੀਗਾ, ਜਿਹਦੇ ਵਿੱਚ ਆਪਾਂ ਪੜ੍ਹਿਆ ਸੀਗਾ ਰਿਗਵੇਦ ਬਾਰੇ, 4 ਵੇਦਾਂ ਦੇ ਬਾਰੇ ਜਾਣਿਆ ਸੀਗਾ। ਰਿਗਵੇਦ, ਯਜੁਰਵੇਦ, ਸਾਮਵੇਦ ਤੇ ਅਥਰਵਵੇਦ। ਫਿਰ ਉਹਨਾਂ ਦੇ ਉਪਵੇਦਾਂ ਦੇ ਬਾਰੇ ਜਾਣਿਆ ਸੀਗਾ, ਜਿਸ 'ਚ ਰਿਗਵੇਦ ਦਾ ਉਪਵੇਦ ਸੀਗਾ ਆਪਣਾ ਆਯੁਰਵੇਦ। ਤੇ ਮੰਡਲ, ਉਸ ਦੇ ਮੰਡਲ ਬਾਰੇ ਜਾਣਿਆ ਸੀਗਾ। 10 ਮੰਡਲ ਸੀਗੇ, 128 ਸੁਕਤ ਸੀਗੇ ਤੇ 10,462 ਇਹਦੀਆਂ ਰਚਨਾਵਾਂ ਸੀਗੀਆਂ। ਤੇ ਰਿਗਵੇਦ ਨੂੰ ਪੜ੍ਹਨ ਵਾਲੇ ਨੂੰ ਕੀ ਕਿਹਾ ਗਿਆ ਸੀਗਾ? ਹੋਤਰ। ਤੇ ਰਿਗਵੇਦ ਦਾ ਤੀਸਰਾ ਮੰਡਲ ਜਿਹੜਾ ਸੂਰਯਦੇਵ ਨੂੰ ਸਮਰਪਿਤ ਸੀਗਾ। ਤਾਂ ਇਸੇ ਤਰ੍ਹਾਂ ਆਪਾਂ 4 ਵੇਦਾਂ ਬਾਰੇ ਪੜ੍ਹਿਆ ਸੀਗਾ। ਤੇ ਅੱਗੇ ਆਪਾਂ ਸ਼ੁਰੂ ਕਰਦੇ ਹਾਂ ਕਿ ਤੁਹਾਨੂੰ ਦੱਸਿਆ ਸੀ ਕਿ ਰਿਗਵੇਦ ਤੋਂ ਬਾਅਦ ਆਪਣਾ ਲੂਸੈਂਟ ਦੇ ਬੁੱਕ ਦੇ ਵਿੱਚ ਇੱਕ ਟੌਪਿਕ ਆਉਂਦਾ ਈਸਵੀ ਤੇ ਈਸਾ ਪੂਰਵ। ਈਸਾ ਪੂਰਵ ਪਹਿਲਾਂ ਤੇ ਈਸਵੀ ਬਾਅਦ 'ਚ। ਇਹਦੇ ਬਾਰੇ ਆਪਾਂ ਜਾਣ ਲੈਂਦੇ ਹਾਂ ਕਿ ਕੀ ਟੌਪਿਕ ਹੈ ਇਹ, ਈਸਵੀ ਕੀ ਹੈ ਤੇ ਆਪਣੀ ਈਸਾ ਪੂਰਵ ਕੀ ਹੈ। ਤਾਂ ਸ਼ੁਰੂ ਕਰਦੇ ਹਾਂ ਆਪਾਂ BC ਅਤੇ AD। ਇਹ ਆਪਣਾ ਹੁੰਦਾ ਈਸਾ ਪੂਰਵ। ਈ ਤੇ ਪੂਰ ਨਾਲ ਇਹਨੂੰ ਲਿਖਦੇ ਹਾਂ ਆਪਾਂ। ਇਹ ਹੁੰਦੀ ਆ ਆਪਣੀ ਈਸਵੀ। AD ਨੂੰ ਆਪਾਂ ਈਸਵੀ ਕਹਿੰਦੇ ਆ, BC ਨੂੰ ਈਸਾ ਪੂਰਵ ਕਹਿੰਦੇ ਆ। BC ਦੀ ਫੁੱਲ ਫਾਰਮ ਹੁੰਦੀ ਆ ਆਪਣੀ ਬਿਫੋਰ ਦ ਬਰਥ ਆਫ जीसस क्राइस्ट। जो अपने ईसाई धर्म ਦੇ ਵਿੱਚ जीसस क्राइस्ट ਹੋਏ ਸੀਗੇ, ਉਹਨਾਂ ਦੇ ਜਨਮ ਤੋਂ ਪਹਿਲਾਂ ਦਾ ਜੋ ਸਮਾਂ ਸੀਗਾ ਉਹ ਈਸਾ ਪੂਰਵ ਕਹਾਇਆ। ਤੇ ਈਸਵੀ ਜੋ ਸੀਗੀ ਇਹਨਾਂ ਦੇ ਜਨਮ ਤੋਂ ਬਾਅਦ, ਈਸਵੀ ਜੋ ਸੀ ਇਹਨਾਂ ਦੇ ਬਾਅਦ ਦਾ, ਜਨਮ ਦੇ ਬਾਅਦ ਦਾ ਸਮਾਂ। ਇਹਦਾ ਫੁੱਲ ਫਾਰਮ ਹੁੰਦਾ ਹੈ ਐਨੋ ਡੋਮਿਨੀ। ਫੁੱਲ ਫਾਰਮ ਹੋ ਜਾਏਗਾ, ਪੇਪਰ ਦੇ ਵਿੱਚ ਪੁੱਛੀ ਜਾਵੇ ਕਿ ਇਸ BC AD ਦੀ ਫੁੱਲ ਫਾਰਮ ਕੀ ਹੈ? ਐਨੋ ਡੋਮਿਨੀ ਤੇ ਬਿਫੋਰ ਕ੍ਰਾਈਸਟਿਸ, जीसस क्राइस्टिस, क्राइस्ट। ਤੇ ਆਪਣਾ ਭਾਵੇਂ ਨੂੰ ਪੰਜਾਬੀ ਦੇ ਵਿੱਚ ਕਹੀਏ ਈਸਾ ਮਸੀਹ ਦੇ ਜਨਮ ਤੋਂ ਪਹਿਲਾਂ। ਇਹਨੂੰ ਪੰਜਾਬੀ 'ਚ ਵੀ ਲਿਖ ਸਕਦੇ ਹਾਂ ਆਪਾਂ, ਈਸਾ ਮਸੀਹ ਦੇ ਜਨਮ ਤੋਂ ਪਹਿਲਾਂ ਦਾ ਜੋ ਸਮਾਂ ਸੀਗਾ ਉਹ BC ਹੈ। ਈਸਾ ਦੇ ਜਨਮ ਤੋਂ ਬਾਅਦ ਦਾ ਸਮਾਂ ਇਹਨੂੰ ਆਪਾਂ AD ਦੇ ਵਿੱਚ ਰੱਖ ਲਿਆ ਸੀਗਾ। ਠੀਕ ਹੈ, ਤੁਸੀਂ ਵੇਖ ਲਓ, ਇਹ ਲਾਈਟ ਪੈ ਰਹੀ ਹੈ ਥੋੜੀ ਜਿਹੀ, ਨੋਟ ਕਰ ਲਓ। ਚਲੋ ਅੱਗੇ ਕਰਦੇ ਹਾਂ। ਤਾਂ ਈਸਾ ਦਾ ਜਨਮ ਕਦੋਂ ਹੋਇਆ ਸੀਗਾ? 0 ਈਸਵੀ ਦੇ ਵਿੱਚ ਹੋਇਆ ਸੀਗਾ ਈਸਾ ਦਾ ਜਨਮ। ਪੁੱਛਿਆ ਜਾ ਸਕਦਾ ਪੇਪਰ ਦੇ ਵਿੱਚ ਈਸਾ ਦਾ ਜਨਮ ਕਿਹੜੀ ਈਸਵੀ ਦੇ ਵਿੱਚ ਹੋਇਆ ਸੀਗਾ? ਤਾਂ ਇਹ ਸੀਗਾ 0 ਈਸਵੀ। ਪਾਓ ਉਦੋਂ ਈਸਾ ਪੂਰਵ ਖਤਮ ਹੋਇਆ ਸੀਗਾ ਤੇ AD ਦੀ ਸ਼ੁਰੂਆਤ ਹੋ ਰਹੀ ਸੀ। ਤਾਂ 0 ਈਸਵੀ ਨੂੰ ਈਸਾ ਮਸੀਹ ਦਾ ਜਨਮ ਹੋਇਆ ਸੀਗਾ, ਈਸਾ ਮਸੀਹ ਦਾ। ਹੁਣ AD ਤੇ BC ਦੇ ਵਿੱਚ ਕਈ ਕਨਫਿਊਜ਼ ਹੋ ਜਾਂਦੇ ਜਦੋਂ ਮਹਾਤਮਾ ਬੁੱਧ ਤੇ ਜੈਨ ਧਰਮ ਦੀ ਗੱਲ ਆਉਂਦੀ ਹੈ, ਬੁੱਧ ਧਰਮ ਤੇ ਜੈਨ ਧਰਮ ਦੀ ਗੱਲ ਆਉਂਦੀ ਹੈ। ਉਦੋਂ ਕੀ ਹੁੰਦਾ ਕਿ ਮਹਾਤਮਾ ਬੁੱਧ ਜੀ ਦਾ ਜਨਮ ਹੈ, ਆਪਾਂ ਮਹਾਤਮਾ ਬੁੱਧ ਬਾਰੇ ਪੜ੍ਹਦੇ ਹਾਂ। ਉਦੋਂ ਕੀ ਵੇਖਦੇ ਹਾਂ ਕਿ ਆਪਾਂ ਉਹਨਾਂ ਦਾ ਜਨਮ ਜੋ ਹੈ 563 ਈਸਵੀ ਪੂਰਵ ਇੱਦਾਂ ਲਿਖਿਆ ਹੁੰਦਾ, ਭਾਵ BC ਲਿਖਿਆ ਹੁੰਦਾ ਕਈ ਵਾਰੀ। ਤੇ ਮੌਤ ਉਹਨਾਂ ਦੀ ਕੀ ਲਿਖੀ ਹੁੰਦੀ ਹੈ? 483
थोड़ा उपर करके लिख लें। मौत कदों लिखी होंगी है उन्होंने, ये लिखी होंगी है 483 ईसा पूर्व की। BC ਦੇ ਵਿੱਚ ਈਸਾ पूर्व ਦੇ ਵਿੱਚ। ਤਾਂ ਇਹ ਕੀ ਹੈ ਕਿ ਜਨਮ ਆਪਾਂ ਵੇਖਦੇ ਹਾਂ, ਜੇ ਆਪਾਂ ਗਿਣਤੀ ਦੇ ਹਿਸਾਬ ਨਾਲ ਵੇਖੀਏ ਤਾਂ ਇਹ ਪਹਿਲਾਂ ਬਾਅਦ ਦੇ ਵਿੱਚ ਬਾਅਦ ਦਾ ਅੰਕੜਾ ਜੋ ਹੈ ਪਹਿਲਾਂ ਹੈ, ਕਿ ਆਪਾਂ ਵੇਖ ਰਹੇ ਹਾਂ ਕਿ ਇੱਥੇ ਉਲਟਾ ਚੱਲ ਰਿਹਾ। ਤਾਂ ਹਾਂ ਇਹ ਹੈ ਕਿ ਜੋ ਆਪਣੀ BC ਹੈ ਹਮੇਸ਼ਾ ਉਲਟੀ ਚੱਲਦੀ ਹੈ। ਜਿੱਦਾਂ ਆਪਾਂ ਮੈਥ ਦੇ ਸਵਾਲ ਕਰਦੇ ਹਾਂ, 0 ਤੋਂ ਅੱਗੇ ਪਲੱਸ ਦੇ, 0 ਤੋਂ ਪਹਿਲਾਂ ਮਾਈਨਸ, ਤਾਂ ਆਪਾਂ ਐਵੇਂ ਆਉਂਦੇ ਹਾਂ ਉੱਪਰ ਨੂੰ ਵੱਧਦੇ ਹਾਂ ਤਾਂ -4 -3 -2। ਇਹਦੇ ਵਿੱਚ ਵੱਡਾ ਕੀ ਹੁੰਦਾ, ਇਹ ਸਭ ਤੋਂ ਛੋਟਾ, ਇਹ ਵੱਡਾ, ਫਿਰ ਇਸ ਤੋਂ ਵੱਡਾ, ਇਸ ਤੋਂ ਵੱਡਾ, ਠੀਕ ਹੈ। ਤਾਂ ਇੱਦਾਂ ਆਪਾਂ ਅੱਗੇ ਵੱਧਦੇ ਹਾਂ, ਉਵੇਂ ਹੀ ਆਪਣੀ BC ਚੱਲਦੀ ਹੈ। BC ਚੱਲਦੀ ਹੈ ਤਾਂ ਭਾਵ ਕਿ ਉਲਟਾ ਚੱਲਦਾ ਹੈ। BC ਦਾ ਜੋ ਟਾਈਮ ਪੀਰੀਅਡ ਹੈ ਉਲਟਾ ਚੱਲਦਾ ਹੈ। ਫਿਰ 0 ਈਸਵੀ 'ਤੇ ਆ ਕੇ ਇਹ ਖਤਮ ਹੋ ਜਾਂਦਾ ਅਤੇ ਆਪਣਾ AD ਦਾ ਟਾਈਮ ਸਟਾਰਟ ਹੋ ਜਾਂਦਾ। ਫਿਰ ਇਹ ਸਿੱਧਾ ਤੁਰਨ ਲੱਗ ਪੈਂਦਾ 1 ਈਸਵੀ, 2 ਈਸਵੀ, 3 ਈਸਵੀ। ਤਾਂ ਇਹ ਕੀ ਹੈ, ਇੱਥੇ ਕਨਫਿਊਜ਼ ਨਹੀਂ ਹੋਣਾ ਕਿ ਈਸਾ ਪੂਰਵ ਜੋ ਹੈ ਉਲਟਾ ਹੀ ਚੱਲਦਾ ਹਮੇਸ਼ਾ। ਆਪਾਂ ਈਸਵੀ ਤੇ ਈਸਾ ਪੂਰਵ ਨੂੰ ਸਮਝ ਲਿਆ। ਹੁਣ ਗੱਲ ਕਰਦੇ ਹਾਂ ਆਪਾਂ ਸੰਵਤ ਦੀ। ਆਪਣੇ ਇਤਿਹਾਸ ਦੇ ਵਿੱਚ ਸੰਵਤ ਤਾਂ ਬਹੁਤ ਹੋਏ ਨੇ, ਪਰ ਉਹਨਾਂ ਦੇ ਵਿੱਚੋਂ 4 ਪ੍ਰਮੁੱਖ ਸੰਵਤ ਨੇ। ਚਾਰ ਪ੍ਰਮੁੱਖ ਸੰਵਤ ਨੇ ਤੇ ਕਿਹੜੇ ਕਿਹੜੇ ਨੇ? ਪਹਿਲਾ ਹੈ ਵਿਕਰਮੀ ਸੰਵਤ, ਵਿਕਰਮੀ ਸੰਵਤ। ਦੂਜਾ ਹੈ ਆਪਣਾ ਸ਼ਕ ਸੰਵਤ। ਤੀਜਾ ਹੈ ਆਪਣਾ ਗੁਪਤ ਸੰਵਤ। ਤੇ ਚੌਥਾ ਸੰਵਤ ਹੈ ਆਪਣਾ ਹਿਜਰੀ ਸੰਵਤ। ਇਹਨਾਂ ਦੇ ਯਾਦ ਰੱਖਣੇ ਆ ਨਾਮ, ਥੋੜਾ ਜਿਹਾ ਇਹਨੂੰ ਹਟਾ ਕੇ ਲਿਖ ਦੇਣਾ ਮੈਂ। ਚੌਥਾ ਇੱਥੇ ਲਿਖ ਦਿੰਦੇ ਹਾਂ ਆਪਾਂ ਹਿਜਰੀ, ਕਿਉਂਕਿ ਆਪਾਂ ਇਹਨਾਂ ਦੇ ਸਨ ਵੀ ਲਿਖਣੇ ਨੇ ਹਜੇ। ਹਿਜਰੀ ਸੰਵਤ। ਤੇ ਵਿਕਰਮੀ ਸੰਵਤ ਦੀ ਸ਼ੁਰੂਆਤ ਕਦੋਂ ਤੋਂ ਮੰਨੀ ਜਾਂਦੀ ਹੈ? ਇਹ 57 BC ਤੋਂ, ਜਾਂ ਕਈ ਬੁੱਕਾਂ ਦੇ ਵਿੱਚ ਇਹ 58 BC ਵੀ ਲਿਖਿਆ ਹੁੰਦਾ, ਪਰ ਆਪਾਂ 57 BC ਦੇ ਹਿਸਾਬ ਨਾਲ ਚੱਲਦੇ ਹਾਂ। ਤਾਂ ਜੋ ਆਪਸ਼ਨ ਦੇ ਵਿੱਚ ਆ ਜੇ ਉਹਨੂੰ ਲਾਉਣਾ। ਜੇ ਦੋਨਾਂ ਦੇ ਵਿੱਚ ਦੋਨੋਂ ਆਪਸ਼ਨ ਆ ਜਾਣ ਤਾਂ ਆਪਾਂ 57 BC ਤੇ ਪ੍ਰੈਫਰ ਕਰਾਂਗੇ, ਠੀਕ। ਤੇ ਪਹਿਲਾਂ ਆਪਾਂ 57 BC ਨੂੰ ਦੇਵਾਂਗੇ ਤੇ 58 BC ਨੂੰ ਉਦੋਂ ਟਿਕ ਨਹੀਂ ਕਰਾਂਗੇ। ਪਰ ਦੋਨਾਂ ਦੇ ਵਿੱਚੋਂ ਕੋਈ ਇੱਕ ਆਵੇ ਤਾਂ ਆਪਾਂ ਉਸੇ ਨੂੰ ਟਿਕ ਕਰਨਾ ਹੈ। ਫਿਰ ਆਪਣਾ ਸ਼ਕ ਸੰਵਤ ਇਹ ਹੋਇਆ ਸੀਗਾ ਆਪਣਾ, ਇਹਦੀ ਸ਼ੁਰੂਆਤ ਹੈਗੀ ਹੈ 78 ਈਸਵੀ ਤੋਂ। 78 ਈਸਵੀ ਤੋਂ। ਇੱਥੇ ਆਪਣਾ ਈਸਾ ਪੂਰਵ ਹੈ, ਇੱਥੇ ਈਸਵੀ ਹੈ। ਫਿਰ ਆਪਣਾ ਗੁਪਤ ਸੰਵਤ ਦੀ ਸ਼ੁਰੂਆਤ 319 ਈਸਵੀ ਤੋਂ 320 ਈਸਵੀ ਤੱਕ। ਫਿਰ ਆਪਣਾ ਹਿਜਰੀ ਸੰਵਤ 622 ਈਸਵੀ। ਇਹਦਾ ਟਾਈਮ ਪੀਰੀਅਡ ਰਿਹਾ ਇਹ 78 ਈਸਵੀ ਹੈ। ਫਿਰ ਆਪਾਂ ਵਿਕਰਮੀ ਸੰਵਤ ਬਾਰੇ ਪੜ੍ਹ ਲੈਂਦੇ ਹਾਂ, ਕਦੋਂ ਇਹਦੀ ਸ਼ੁਰੂਆਤ ਹੋਈ ਸੀ। ਕਿਹਾ ਜਾਂਦਾ ਕਿ ਉਜੈਨ ਦਾ ਜੋ ਸ਼ਾਸਕ ਸੀਗਾ, ਉਜੈਨ ਦੇ ਸਥਾਨਕ ਸ਼ਾਸਕ ਸੀ ਉਸਨੇ ਕੀ ਕੀਤਾ ਕਿ ਸ਼ਕਾਂ ਨੂੰ ਹਰਾ ਕੇ ਲਿਆ ਸੀ ਤੇ ਇੱਕ ਉਪਾਧੀ ਧਾਰਨ ਕੀਤੀ ਸੀਗੀ। ਉਪਾਧੀ ਦਾ ਨਾਂ ਕੀ ਸੀਗਾ? ਵਿਕਰਮਾਦਿੱਤਿਆ। ਸ਼ਕਾਂ ਨੂੰ ਹਰਾਉਣ ਤੋਂ ਬਾਅਦ ਉਸਨੇ ਵਿਕਰਮਾਦਿੱਤਿਆ ਦੀ ਉਪਾਧੀ ਧਾਰਨ ਕੀਤੀ ਸੀ ਤੇ ਇਸ ਉਪਾਧੀ ਧਾਰਨ ਕਰਨ ਤੋਂ ਬਾਅਦ ਹੀ ਇਸ ਸੰਵਤ ਦੀ ਸ਼ੁਰੂਆਤ ਹੋਈ ਸੀਗੀ, ਵਿਕਰਮੀ ਸੰਵਤ ਦੀ।
ਇਸ ਤੋਂ ਬਾਅਦ ਆਪਾਂ ਇੱਕ ਵਾਰੀ ਇਹਨੂੰ ਮਿਟਾ ਦਿੰਨੇ ਆ ਵੀ ਹਿਜਰੀ ਸੰਵਤ ਨੂੰ। ਸ਼ਕ ਸੰਵਤ ਬਾਰੇ ਪੜ੍ਹਦੇ ਹਾਂ ਹੁਣ। ਤਾਂ ਵਿਕਰਮੀ ਸੰਵਤ ਦੀ ਜਿਹੜੀ ਜੋ ਹੈ, ਆਪਾਂ ਇਹ ਵਿਕਰਮੀ ਸੰਵਤ ਬਾਰੇ ਥੋੜ੍ਹਾ ਜਿਹਾ ਪੜ੍ਹ ਲੈਂਦੇ ਕਿ ਜੋ ਸਭ ਤੋਂ ਅਲੱਗ ਸੰਵਤ ਹੈਗਾ, ਇਹ ਇੱਕ ਤਾਂ ਸਭ ਤੋਂ ਅਲੱਗ ਹੈਗਾ। ਬਾਕੀ ਜਿਹੜੇ ਆਪਾਂ ਇਹ ਚਾਰ ਜਿਹੜੇ ਸੰਵਤ ਪੜ੍ਹੇ ਆ, ਇਹਨਾਂ ਬਾਕੀ ਤਿੰਨਾਂ ਦੇ ਨਾਲੋਂ ਅੱਡ ਹੈਗਾ ਇਹ, ਕਿਉਂਕਿ ਇਹ ਈਸਾ ਪੂਰਵ ਦੇ ਵਿੱਚ ਚੱਲਦਾ, ਬਾਕੀ ਈਸਵੀ ਦੇ ਵਿੱਚ ਚੱਲਦੇ ਆ। ਇਹ ਇਕੱਲਾ ਵਿਕਰਮੀ ਸੰਵਤ ਹੀ ਹੈ ਜਿਹੜਾ ਈਸਾ ਪੂਰਵ ਦੇ ਵਿੱਚ ਆਉਂਦਾ। ਇਸ ਲਈ ਸਭ ਤੋਂ ਅਲੱਗ ਸੰਵਤ ਜੇ ਪੁੱਛਿਆ ਜਾਵੇ ਤਾਂ ਕਿਹੜਾ ਆਏਗਾ? ਵਿਕਰਮੀ ਸੰਵਤ। ਕਿਉਂ? ਕਿਉਂਕਿ ਇਹ ਇਕੱਲਾ ਹੀ ਈਸਾ ਪੂਰਵ ਦੇ ਵਿੱਚ ਆਉਂਦਾ ਹੈ। ਤਾਂ ਵਿਕਰਮੀ ਸੰਵਤ ਜੋ ਹੈ ਸਭ ਤੋਂ ਅਲੱਗ ਸੰਵਤ ਹੈ। ਫਿਰ ਆਪਣਾ ਆ ਜਾਂਦਾ ਹੈ ਕਿ ਸ਼ਕ ਸੰਵਤ। ਸ਼ਕ ਸੰਵਤ ਦੀ ਸ਼ੁਰੂਆਤ ਕਿਸ ਦੇ ਨਾਲ ਹੋਈ? ਕੁਸ਼ਾਣ ਵੰਸ਼ ਦਾ ਜੋ ਆਪਣਾ ਪ੍ਰਤਾਪੀ ਰਾਜਾ ਹੋਇਆ ਸੀਗਾ ਕਨਿਸ਼ਕ, ਕੁਸ਼ਾਣ ਵੰਸ਼ ਦਾ ਪ੍ਰਤਾਪੀ ਰਾਜਾ, ਪ੍ਰਤਾਪੀ ਕਹਿ ਲਓ ਜਾਂ ਮਹਾਨ ਰਾਜਾ ਕਹਿ ਲਓ, ਇੱਕੋ ਗੱਲ ਹੈ। ਕਨਿਸ਼ਕ, ਇਸ ਨੇ ਕੀ ਕੀਤਾ ਸੀਗਾ? ਇਹਦਾ ਰਾਜ ਤਿਲਕ ਹੋਇਆ ਸੀਗਾ। ਜਦੋਂ ਇਸ ਦਾ ਰਾਜ ਤਿਲਕ ਹੋਇਆ ਸੀਗਾ ਉਸੇ ਵੇਲੇ ਹੀ ਸ਼ਕ ਸੰਵਤ ਦੀ ਸ਼ੁਰੂਆਤ ਕੀਤੀ ਗਈ ਸੀਗੀ। ਕਨਿਸ਼ਕ ਦੇ ਰਾਜ ਤਿਲਕ ਕਦੋਂ ਹੋਇਆ ਸੀਗਾ? 78 ਈਸਵੀ ਦੇ ਵਿੱਚ ਹੋਇਆ ਸੀਗਾ ਇਹਦਾ ਰਾਜ ਤਿਲਕ, ਤੇ ਉਦੋਂ ਹੀ ਸ਼ਕ ਸੰਵਤ ਦੀ ਸ਼ੁਰੂਆਤ ਹੋਈ। ਸ਼ਕ ਸੰਵਤ ਦੀ ਸ਼ੁਰੂਆਤ। ਤੇ ਹੋਰ ਕੀ ਸੀਗਾ ਐਸੇ ਦੇ ਵਿੱਚ ਹੀ? ਆਪਣਾ ਜੋ ਕੈਲੰਡਰ ਚੱਲ ਰਿਹਾ ਹੈ, ਆਪਣਾ ਕੈਲੰਡਰ ਜੋ ਆਪਾਂ ਵੇਖਦੇ ਹਾਂ, ਦੇਸੀ ਮਹੀਨੇ ਦਾ ਕੈਲੰਡਰ, ਇਹ ਜੋ ਹੈ ਗ੍ਰੀਗੋਰੀਅਨ ਕੈਲੰਡਰ ਦੇ ਹਿਸਾਬ ਨਾਲ ਚੱਲਦਾ ਹੈ। ਗ੍ਰੀਗੋਰੀਅਨ, ਜੇ ਆਪਾਂ ਇਹਨੂੰ ਗ੍ਰੀਗੋਰੀਅਨ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਆਪਾਂ। ਤਾਂ ਗ੍ਰੀਗੋਰੀਅਨ ਕੈਲੰਡਰ ਦੇ ਹਿਸਾਬ ਨਾਲ ਆਪਣਾ ਜੋ ਹੈ ਚੱਲਦਾ ਹੈ। ਆਪਣਾ ਜੋ ਕੈਲੰਡਰ ਹੈ ਜੋ ਆਪਾਂ ਵੇਖਦੇ ਹਾਂ ਦੇਸੀ ਮਹੀਨੇ ਵਾਲਾ, ਉਹ ਗ੍ਰੀਗੋਰੀਅਨ ਕੈਲੰਡਰ ਦੇ ਹਿਸਾਬ ਨਾਲ ਚੱਲਦਾ। ਤਾਂ ਆਪਣਾ ਜੇ ਦੇਸੀ ਮਹੀਨੇ ਦੀ ਗੱਲ ਆਈ ਚੁੱਕੀ ਹੈ, ਤਾਂ ਆਪਣਾ ਦੇਸੀ ਮਹੀਨੇ ਜਿਹੜਾ ਹੈ ਉਹਦਾ ਪਹਿਲਾ ਮਹੀਨਾ ਕਿਹੜਾ ਹੈ? ਉਹ ਆਪਣਾ ਹੁੰਦਾ ਚੈਤ ਦਾ। ਕਦੋਂ ਸ਼ੁਰੂ ਹੁੰਦਾ ਆਪਣਾ ਚੈਤ? ਇਹ ਹੁੰਦਾ 22 ਮਾਰਚ ਤੋਂ ਸਟਾਰਟ। ਤੇ ਆਖਰੀ ਮਹੀਨਾ ਕਿਹੜਾ ਹੁੰਦਾ ਆਪਣੇ ਮਹੀਨੇ ਦਾ, ਦੇਸੀ ਮਹੀਨੇ ਦਾ? ਇਹ ਹੁੰਦਾ ਆਪਣਾ 21 ਮਾਰਚ। ਤੇ ਧਿਆਨ ਰੱਖਣਾ, ਉੱਪਰ ਲਿਖ ਦਿੰਦੇ ਆਪਾਂ 21 ਮਾਰਚ ਜਿਹੜਾ ਹੈ ਇਹ ਆਪਣਾ ਆਖਰੀ ਮਹੀਨਾ ਸ਼ੁਰੂ ਹੁੰਦਾ। ਆਖਰੀ ਮਹੀਨਾ ਕਿਹੜਾ ਹੁੰਦਾ ਆਪਣਾ? ਫੱਗਣ ਦਾ ਮਹੀਨਾ ਹੁੰਦਾ। ਤੇ ਦੇਸੀ ਮਹੀਨਿਆਂ ਦਾ ਪਹਿਲਾ ਮਹੀਨਾ ਕਿਹੜਾ ਹੁੰਦਾ? ਚੈਤ। ਤੇ ਇਹਦੀ ਸ਼ੁਰੂਆਤ ਹੁੰਦੀ ਹੈ 22 ਮਾਰਚ, ਭਾਵ ਕਿ ਇਹ 22 ਮਾਰਚ ਨੂੰ ਖਤਮ ਹੁੰਦਾ। ਤਾਂ ਅੱਗੇ ਚੱਲਦੇ ਹਾਂ ਆਪਾਂ। ਤੇ ਆਪਣਾ ਜੋ ਅੱਗੇ ਸੰਵਤ ਸੀਗਾ ਗੁਪਤ ਸੰਵਤ। ਇਹਦੀ ਸ਼ੁਰੂਆਤ ਹੋਈ ਸੀਗੀ ਆਪਣੀ 319 ਈਸਵੀ ਤੋਂ 320 ਈਸਵੀ ਦੇ ਵਿੱਚ। ਇਹਦੇ ਬਾਰੇ ਜ਼ਿਆਦਾ ਕੁਝ ਆਪਾਂ ਨੂੰ ਪੜ੍ਹਨ ਵਾਲਾ ਹੈ ਨਹੀਂ, ਆਪਾਂ ਇੰਨਾ ਹੀ ਯਾਦ ਰੱਖਣਾ ਇਹਦੇ 'ਚ। ਇਹ ਆਪਣਾ ਤੀਜਾ ਸੰਵਤ ਸੀਗਾ।
ਚੌਥਾ ਸੰਵਤ ਜੋ ਹੈ ਇਹਦੇ 'ਚ ਆਪਾਂ ਥੋੜੀ ਜਿਹੀ 2-3 ਕੁਐਸਚਨ ਬਣਦੇ ਆ, ਇਹ ਪੜ੍ਹ ਲੈਂਦੇ ਆਪਾਂ ਹਿਜਰੀ ਸੰਵਤ ਦਾ। ਇਹਦੀ ਸ਼ੁਰੂਆਤ ਕਦੋਂ ਹੋਈ ਸੀਗੀ? ਜਿਹੜਾ ਆਪਣਾ ਮੁਸਲਿਮ ਧਰਮ ਆਇਆ ਸੀਗਾ ਹਿਜਰੀ ਸੰਵਤ, ਮੁਸਲਿਮ ਧਰਮ, ਇਸ ਧਰਮ ਦੇ ਜੋ ਮੁਹੰਮਦ ਪੈਗੰਬਰ ਸਾਹਿਬ ਜੋ ਆਏ ਸੀਗੇ, ਮੁਹੰਮਦ ਪੈਗੰਬਰ, ਇਹਨਾਂ ਨੂੰ ਕੀ ਹੋਇਆ ਸੀਗਾ 622 ਈਸਵੀ ਦੇ ਵਿੱਚ ਕੀ ਹੋਇਆ ਸੀਗਾ, ਇਹਨਾਂ ਨੂੰ ਗਿਆਨ ਪ੍ਰਾਪਤੀ ਹੋਈ ਸੀਗੀ। 622 ਈਸਵੀ ਦੇ ਵਿੱਚ ਇਹਨਾਂ ਨੂੰ ਗਿਆਨ ਪ੍ਰਾਪਤੀ ਹੋਈ ਸੀ। ਕਿਹੜੇ ਸਥਾਨ ਤੇ ਹੋਈ ਸੀਗੀ? ਹੀਰਾ ਨਾਮਕ ਸਥਾਨ ਤੇ ਹੋਈ ਸੀ। ਤੇ ਗਿਆਨ ਪ੍ਰਾਪਤੀ ਦਾ ਇਸ ਸਾਲ ਤੋਂ ਹੀ ਹਿਜਰੀ ਸੰਵਤ ਦੀ ਸ਼ੁਰੂਆਤ ਮੰਨੀ ਜਾਂਦੀ ਹੈ 622 ਈਸਵੀ ਤੋਂ। ਤਾਂ ਗਿਆਨ ਪ੍ਰਾਪਤੀ ਜਦੋਂ ਇਹਨਾਂ ਨੂੰ ਹੋਈ, ਹਿਜਰੀ ਸੰਵਤ ਦੀ ਸ਼ੁਰੂਆਤ ਵੀ ਉਸੇ ਸੰਨ 'ਚ ਹੋਈ ਸੀਗੀ, ਉਸੇ ਈਅਰ ਦੇ ਵਿੱਚ ਹੋਈ ਸੀਗੀ। ਤਾਂ ਕਿਹਨਾਂ ਦੇ ਕਰਕੇ ਹਿਜਰੀ ਸੰਵਤ ਦੀ ਸ਼ੁਰੂਆਤ ਹੋਈ ਸੀਗੀ? ਮੁਹੰਮਦ ਪੈਗੰਬਰ ਦੇ ਕਾਰਨ ਮੁਸਲਿਮ ਧਰਮ ਦੇ ਨਾਲ ਸੰਬੰਧਿਤ ਹਿਜਰੀ ਸੰਵਤ ਦੀ ਸ਼ੁਰੂਆਤ ਹੋਈ ਸੀ। ਹੁਣ 2 ਕੁਐਸਚਨ ਬਣਦੇ ਆ। ਇਹ ਵੈਸੇ ਤਾਂ ਐਸਐਸਸੀ ਦੇ ਵਿੱਚ ਤਾਂ ਅਜੇ ਤੱਕ ਪੁੱਛਿਆ ਨਹੀਂ ਗਿਆ, ਬਟ ਆਈਏਐਸ ਇੰਟਰਵਿਊ ਦੇ ਵਿੱਚ ਪੁੱਛਿਆ ਗਿਆ, ਆਈਪੀਐਸ ਇੰਟਰਵਿਊ ਦੇ ਵਿੱਚ ਪੁੱਛਿਆ ਗਿਆ ਕਿ ਜੋ ਆਪਣਾ ਸੰਵਤ ਆਏ ਹੈ 2, ਵਿਕਰਮੀ ਸੰਵਤ ਅਤੇ ਗੁਪਤ ਜਾਂ ਸ਼ਕ ਸੰਵਤ, ਇਹਦੇ ਵਿੱਚ ਅੰਤਰ ਕਿੰਨਾ ਹੈ? ਵਿਕਰਮੀ ਸੰਵਤ ਅਤੇ ਸ਼ਕ ਸੰਵਤ ਵਿਚਕਾਰ ਅੰਤਰ। ਫਿਰ ਆਪਣਾ ਹੈਗਾ ਦੂਜਾ ਕੁਐਸਚਨ ਇਹਦਾ ਬਣਦਾ ਵਿਕਰਮੀ ਸੰਵਤ ਨਹੀਂ, ਸ਼ਕ ਸੰਵਤ ਅਤੇ ਹਿਜਰੀ ਸੰਵਤ ਵਿਚਕਾਰ ਅੰਤਰ। 2 ਕੁਐਸਚਨ ਬਣਦੇ ਆ। ਹੁਣ ਵਿਕਰਮੀ ਸੰਵਤ ਆਪਣਾ ਨੂੰ ਪਤਾ ਹੈ 57 ਈਸਵੀ ਆਪਾਂ ਲਿਆ ਹੈ, ਤਾਂ ਵੈਸੇ 58 ਵੀ ਲੈ ਸਕਦੇ ਹਾਂ, ਉਹ ਜ਼ਿਆਦਾ ਕੋਈ ਫਰਕ ਨਹੀਂ ਹੈ। ਤੇ ਸ਼ਕ ਸੰਵਤ ਆਪਣਾ ਸੀਗਾ 78 ਈਸਵੀ ਦੇ ਵਿੱਚ, ਇਹ ਈਸਾ ਪੂਰਵ ਸੀਗਾ। 57 ਈਸਾ ਪੂਰਵ ਵਿਕਰਮੀ ਸੰਵਤ, ਤੇ 78 ਈਸਵੀ ਦੇ ਵਿੱਚ ਕੀ ਹੋਇਆ ਸੀਗਾ ਆਪਣਾ ਸ਼ਕ ਸੰਵਤ ਦੀ ਸ਼ੁਰੂਆਤ ਹੋਈ ਸੀ। ਇਹ ਹੈਗਾ ਆਪਣਾ BC, ਇਹ ਹੈਗਾ ਆਪਣਾ AD। ਹੁਣ ਧਿਆਨ ਨਾਲ ਵੇਖਣਾ, ਜਦੋਂ BC AD ਹੋਵੇ ਤਾਂ ਇਹਨਾਂ ਦਾ ਜੋੜ ਹੋ ਜਾਏਗਾ, ਕਿਉਂਕਿ ਆਪਾਂ ਪਿੱਛੋਂ ਚੱਲ ਕੇ 78 ਤੱਕ ਪਹੁੰਚਾਂਗੇ। ਪਹਿਲਾਂ 57 ਕਵਰ ਕਰਾਂਗੇ 1 ਤੱਕ, 0 ਤੱਕ, ਫਿਰ 1 ਤੋਂ 78 ਆ ਚੱਲਣਗੇ, 57 ਤੋਂ 1 ਆ, ਤਾਂ ਇਹਨਾਂ ਨੂੰ ਜੋੜਾਂਗੇ ਤਾਂ ਆਪਣੇ ਕੋਲ ਕੀ ਆ ਜਾਏਗਾ 57 + 78, ਇਹ 135 ਆਪਣੇ ਕੋਲ ਆ ਜਾਏਗਾ। ਤਾਂ ਟੋਟਲ ਇਹਨਾਂ ਦਾ ਅੰਤਰ ਕੀ ਹੈ 135 ਸਾਲ ਦਾ ਅੰਤਰ ਹੈਗਾ, ਸਾਲਾਂ ਦਾ ਅੰਤਰ ਹੈਗਾ। ਪਰ ਜਦੋਂ ਸ਼ਕ ਸੰਵਤ ਅਤੇ ਹਿਜਰੀ ਸੰਵਤ ਦੇ ਬਾਰੇ ਪੁੱਛਿਆ ਜਾਏਗਾ ਤਾਂ ਸ਼ਕ ਸੰਵਤ ਆਪਣਾ ਹੈਗਾ 78 ਈਸਵੀ ਦੇ ਵਿੱਚ, ਤੇ ਆਪਣਾ ਹਿਜਰੀ ਸੰਵਤ ਹੈਗਾ 622 ਈਸਵੀ ਦੇ ਵਿੱਚ। ਹੁਣ ਆਪਾਂ ਕੀ ਕਰਨਾ ਹੈ, ਇੱਥੇ ਜੋੜਨਾ ਨਹੀਂ ਹੈ, ਕਿਉਂਕਿ ਜਦੋਂ ਈਸਵੀ ਆਏਗਾ AD ਹੋਏਗਾ ਦੋਨੇ ਸਾਈਡ, ਉਦੋਂ ਆਪਾਂ ਮਾਈਨਸ ਕਰਾਂਗੇ। ਜਦੋਂ AD ਹੋਏਗਾ, ਈਸਵੀ ਹੋਏਗਾ, ਤਾਂ ਉਦੋਂ ਮਾਈਨਸ ਹੋਏਗਾ। ਫਿਰ ਇੱਥੇ 622 ਦੇ ਵਿੱਚੋਂ 622 ਦੇ ਵਿੱਚੋਂ 78 ਆਪਾਂ ਮਾਈਨਸ ਕਰ ਦਾਂਗੇ, ਤਾਂ ਆਪਣਾ ਜੋ ਬਚ ਕੇ ਆਏਗਾ ਉਹ ਆਪਣਾ ਅੰਤਰ ਹੋਏਗਾ ਜਦੋਂ AD ਜਾਂ ਈਸਵੀ ਹੋਣ। ਇਹ ਵੀ ਈਸਵੀ ਹੈ, ਇਹ ਵੀ ਈਸਵੀ ਹੈ, ਤਾਂ ਘਟਾਣਾ ਹੈ ਇਹਨੂੰ। ਇੱਥੇ ਜੇ ਈਸਾ ਪੂਰਵ ਹੁੰਦਾ, ਇੱਥੇ ਈਸਵੀ ਹੈਗੇ, ਫਿਰ ਆਪਾਂ ਇਹਨਾਂ ਨੂੰ ਜੋੜ ਦਿੰਦੇ, ਤਾਂ ਘਟਾ ਕੇ ਆਪਣੇ ਕੋਲ ਕੀ ਵੀ ਬਚ ਜਾਏਗਾ, ਇੱਥੇ 544 ਸਾਲ ਬਚ ਜਾਣਗੇ। ਇਹ ਇਹਦਾ ਅੰਤਰ ਆਏਗਾ। ਇਸੇ ਤਰੀਕੇ ਨਾਲ ਕਰਨਾ ਹੈ। ਤਾਂ ਇਹ 2 ਕੁਐਸਚਨ ਸੀਗੇ ਆਪਣੇ, ਬਸ ਕੁਛ ਨਹੀਂ, ਇੰਨਾ ਕੁ ਧਿਆਨ ਰੱਖਣਾ ਹੈ ਕਿ ਜਦੋਂ ਇਹਨਾਂ ਦਾ ਅੰਤਰ ਪੁੱਛਿਆ ਜਾਵੇ, ਜਿੱਥੇ ਈਸਾ ਪੂਰਵ
ਈਸਾ ਪੂਰਵ ਹੋਏਗਾ ਉਦੋਂ ਤਾਂ ਅੰਤਰ ਮਾਈਨਸ ਦਾ ਆਏਗਾ। ਈਸਾ ਪੂਰਵ ਹੋਏਗਾ ਮਾਈਨਸ ਹੋਏਗਾ। ਈਸਾ ਪੂਰਵ ਤੇ ਈਸਵੀ ਹੋਏਗੀ ਜਿੱਥੇ ਉੱਥੇ ਪਲੱਸ ਹੋਏਗਾ। ਜਿੱਥੇ ਈਸਵੀ ਹੋਏਗੀ ਉੱਥੇ ਮਾਈਨਸ ਹੋਏਗਾ, ਮਾਈਨਸ ਦਾ ਸਾਈਨ ਲਾ ਦੇਣਾ। ਜਿੱਥੇ ਈਸਾ ਪੂਰਵ ਆ ਗੱਲ ਆ ਗਈ ਇੱਥੇ ਸੇਮ, ਠੀਕ ਹੈ। ਬਸ ਜਿੱਥੇ ਈਸਵੀ ਆ ਜਾਏ ਉੱਥੇ ਮਾਈਨਸ, ਈਸਾ ਪੂਰਵ ਦੋਨੇ ਵਾਰੀ ਆ ਜਾਏ ਉੱਥੇ ਮਾਈਨਸ, ਬਟ ਈਸਵੀ ਪੂਰਵ ਤੇ ਈਸਵੀ ਇਹ ਆਵੇ ਇਹਦੋਂ ਪਲੱਸ ਹੋਏਗਾ। ਹੁਣ ਆਪਾਂ ਈਸਵੀ ਤੇ ਈਸਾ ਪੂਰਵ ਦਾ ਜੋ ਵਿਚਾਲੇ ਟੌਪਿਕ ਸੀਗਾ ਆਪਣੇ ਵੇਦਾਂ ਦੇ ਵਿਚਕਾਰ, ਇਹਨੂੰ ਆਪਾਂ ਕਲੀਅਰ ਕਰ ਚੁੱਕੇ ਹਾਂ। ਤੇ ਆਪਣਾ ਟੌਪਿਕ ਚੱਲ ਰਿਹਾ ਸੀਗਾ ਵੇਦ। ਤੇ ਵੇਦਾਂ ਦੇ ਵਿੱਚ ਆਪਾਂ ਪਹਿਲਾਂ ਪੜ੍ਹ ਲਿਆ ਸੀਗਾ ਰਿਗਵੇਦ, ਪਹਿਲਾ ਵੇਦ ਸੀਗਾ ਆਪਣਾ। ਹੁਣ ਨੈਕਸਟ ਟੌਪਿਕ ਆਪਣਾ ਸ਼ੁਰੂ ਕਰਨ ਜਾ ਰਹੇ ਹਾਂ ਦੂਜਾ ਆਪਣਾ ਵੇਦ, ਸੈਕਿੰਡ ਵੇਦ ਹੈ ਆਪਣਾ, ਇਹ ਹੈਗਾ ਸੀਗਾ ਯਜੁਰਵੇਦ। ਯਜੁਰਵੇਦ ਨਾਲ ਕੀ ਕੀ ਟੌਪਿਕ ਨੇ, ਕਿੱਥੇ ਕਿੱਥੇ ਕੁਐਸਚਨ ਬਣਨਗੇ ਉਹ ਆਪਾਂ ਪੜਾਂਗੇ। ਸਭ ਤੋਂ ਪਹਿਲਾਂ ਤਾਂ ਯਜੁਰਵੇਦ ਦਾ ਜੋ ਪੜ੍ਹਨ ਵਾਲਾ ਵਿਅਕਤੀ ਹੈ, ਜਿਹੜਾ ਇਹਦਾ ਪਾਠ ਕਰਦਾ ਹੈ, ਪੜ੍ਹਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਯਜੁਰਵੇਦ ਦਾ ਪਾਠ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ? ਉਹਨੂੰ ਕਿਹਾ ਜਾਂਦਾ ਅਧਰਯੂ। ਅਧਰਯੂ ਇਹਨੂੰ ਕਿਹਾ ਜਾਂਦਾ, ਯਾਦ ਰੱਖਣਾ, ਅਧਰਯੂ ਕਿਹਾ ਜਾਂਦਾ ਇਹਨੂੰ। ਫਿਰ ਇਹਦਾ ਉਪਵੇਦ ਕਿਹੜਾ ਹੈ, ਇਹ ਆਪਾਂ ਪੜ੍ਹ ਲਿਆ ਸੀਗਾ। ਇਹਦਾ ਉਪਵੇਦ ਹੈਗਾ ਆਪਣਾ ਧਨੁਰਵੇਦ। ਇਹਦਾ ਉਪਵੇਦ ਹੈਗਾ ਧਨੁਰਵੇਦ, ਯਾਦ ਰੱਖਣ ਵਾਲੀ ਹੈ। ਇਹ ਬਹੁਤ ਵਾਰ ਪੁੱਛਿਆ ਜਾਂਦਾ ਹੈ ਕਿ ਯਜੁਰਵੇਦ ਦਾ ਜੋ ਹੈ ਉਪਵੇਦ, ਇਹਦਾ ਕੀ ਨਾਮ ਹੈ? ਇਹ ਹੈ ਧਨੁਰਵੇਦ। ਫਿਰ ਹੈ ਸਾਰਸਵ ਪਾਠ। ਇਹਦਾ ਉਚਾਰਨ, ਇਹਦਾ ਪ੍ਰਯੋਗ ਕਿੱਥੇ ਕੀਤਾ ਜਾਂਦਾ? ਸਾਰਸਵ ਪਾਠ ਦੇ ਲਈ ਕੀਤਾ ਜਾਂਦਾ। ਸਾਰਸਵ ਪਾਠ, ਇਹ ਧਾਰਮਿਕ ਕੋਈ ਵੀ ਪਾਠ ਕਰਨੇ ਹੁੰਦੇ ਉਦੋਂ ਕੀਤਾ ਜਾਂਦਾ। ਤੇ ਸੰਗੀਤਕ ਜੋ ਪਾਠ ਹੈ ਉਹ ਹੁੰਦਾ ਇਹਦੇ ਨਾਲ। ਤੇ ਮੰਤਰ ਉਚਾਰਨ ਵੀ ਨੇ ਇਹਦੇ 'ਚ, ਮੰਤਰਾਂ ਦਾ ਉਚਾਰਨ ਦਿੱਤਾ ਗਿਆ ਇਹਦੇ 'ਚ। ਸਾਰਸਵ ਪਾਠ ਲਈ ਮੰਤਰ ਉਚਾਰਨ ਦਿੱਤੇ ਗਏ ਨੇ। ਤੇ ਇੱਕ ਬਹੁਤ ਵੱਡਾ ਕੁਐਸਚਨ ਬਣਦਾ ਇਹਦੇ 'ਚ, ਇੰਪੋਰਟੈਂਟ ਕੁਐਸਚਨ, ਕਿ ਕਿਹੜਾ ਵੇਦ ਹੈ ਜਿਹੜਾ ਗਦ ਅਤੇ ਪਦ ਦੋਨਾਂ ਦੇ ਵਿੱਚ ਹੀ ਲਿਖਿਆ ਗਿਆ ਹੈ? ਗਦ ਭਾਵ ਪੈਰੇ ਦੇ ਵਿੱਚ, ਪਦ ਭਾਵ ਕਵਿਤਾ ਦੇ ਰੂਪ ਵਿੱਚ। ਗਦ ਅਤੇ ਪਦ ਦੋਨਾਂ ਰੂਪਾਂ ਵਿੱਚ ਲਿਖਿਆ ਗਿਆ ਇਹਨੂੰ। ਭਾਵੇਂ ਕੁਛ ਗਦ ਦੇ ਰੂਪ ਵਿੱਚ ਵੀ ਹੈ, ਕੁਛ ਪਦ ਦੇ ਰੂਪ ਵਿੱਚ ਵੀ ਇਸ ਨੂੰ ਲਿਖਿਆ ਗਿਆ ਹੈ। ਲਾਈਟ ਕਰਕੇ ਵੇਖ ਨਹੀਂ ਰਿਹਾ, ਪਦ ਦੋਨਾਂ ਦੇ ਵਿੱਚ ਇਸ ਨੂੰ ਲਿਖਿਆ ਗਿਆ, ਵੇਖ ਸਕਦੇ ਹੋ ਤੁਸੀਂ, ਪਦ ਹੀ ਲਿਖਿਆ ਮੈਨੂੰ। ਤਾਂ ਗਦ ਤੇ ਪਦ ਦੋਹਾਂ ਵਿੱਚ ਇਸ ਦੀ ਰਚਨਾ ਹੈ। ਇਸ ਦੇ ਵਿੱਚ ਜੋ ਰਚਨਾਵਾਂ ਨੇ ਉਹ ਗਦ ਦੇ ਰੂਪ ਵਿੱਚ ਨੇ ਤੇ ਪਦ ਰੂਪ ਵਿੱਚ ਨੇ, ਕਵਿਤਾਵਾਂ ਦੇ ਰੂਪ ਵਿੱਚ ਵੀ ਹੈ ਤੇ ਅਨੁਛੇਦ ਜੋ ਆਪਣੇ ਪੈਰਾਗ੍ਰਾਫ ਨੇ ਉਹਦੇ ਵਿੱਚ ਵੀ ਹੈ। ਤਾਂ ਇਹ ਇਸ ਦੇ ਬਾਰੇ ਇੰਨਾ ਕੀ ਸੀਗਾ। ਅੱਗੇ ਆਪਣਾ ਜੋ ਹੈ ਤੀਜਾ ਵੇਦ ਆਪਣਾ ਜਿਹੜਾ ਹੈ ਉਹ ਹੈ ਸਾਮਵੇਦ। ਇਹਦੇ ਬਾਰੇ ਵੀ ਜ਼ਿਆਦਾ ਕੁਛ ਨਹੀਂ ਹੈ, ਬਸ ਥੋੜ੍ਹਾ ਜਿਹਾ ਹੀ ਹੈ ਪੜ੍ਹਨ ਵਾਲਾ ਸਾਮਵੇਦ ਬਾਰੇ। ਤਾਂ ਸਾਮਵੇਦ ਨੂੰ ਪੜ੍ਹਨ ਵਾਲੇ ਨੂੰ ਪਹਿਲਾਂ ਤਾਂ ਕੀ ਕਿਹਾ ਜਾਂਦਾ? ਪੜ੍ਹਨ ਵਾਲੇ ਨੂੰ, ਪੜ੍ਹਨ ਵਾਲਾ ਵਿਅਕਤੀ ਕੀ ਕਹਾਉਂਦਾ ਇਹਨੂੰ? ਪੜ੍ਹਨ ਵਾਲਾ ਉਹ ਉਦਾਤਰ ਕਹਾਉਂਦਾ, ਇਸ ਨੂੰ ਕਿਹਾ ਜਾਂਦਾ ਉਦਾਤਰ। ਇਸ ਨੂੰ ਉਦਾਤਰ ਕਿਹਾ ਜਾਂਦਾ। ਫਿਰ ਇਹਦਾ ਜਿਹੜਾ ਉਪਵੇਦ ਹੈਗਾ, ਦੇਖੋ ਉਪਵੇਦ ਜਿਹੜੇ ਹੈ ਹਰ ਵੇਦ ਦੇ ਤੁਹਾਨੂੰ ਯਾਦ ਰੱਖਣੇ ਪੈਣਗੇ। ਕਿਸੇ ਦਾ ਵੀ ਉਪਵੇਦ ਦੇਖ ਕੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਕਿਹੜੇ ਵੇਦ ਦਾ ਹਿੱਸਾ ਹੈ। ਤਾਂ ਸਾਮਵੇਦ ਦਾ ਉਪਵੇਦ ਹੈ ਗੰਧਰਵ ਵੇਦ। ਗੰਧਰਵ ਵੇਦ। ਤੇ ਇਹ ਜੋ ਹੈ ਸੰਗੀਤ ਦਾ ਜਨਕ ਕਿਹਾ ਜਾਂਦਾ ਇਸ ਵੇਦ ਨੂੰ, ਸੰਗੀਤ ਦਾ ਜਨਕ। ਕੁਐਸਚਨ ਪਾ ਕੇ ਪੁੱਛਿਆ ਜਾ ਸਕਦਾ ਹੈ ਕਿ ਸੰਗੀਤ ਦਾ ਜਨਕ ਕਿਸ ਵੇਦ ਨੂੰ ਕਿਹਾ ਜਾਂਦਾ? ਤਾਂ ਸਾਮਵੇਦ ਨੂੰ ਕਿਹਾ ਜਾਂਦਾ ਸੰਗੀਤ ਦਾ ਜਨਕ ਵੇਦ। ਠੀਕ ਹੈ, ਕਿਹੜਾ ਵੇਦ? ਸਾਮਵੇਦ। ਸੰਗੀਤ ਦਾ ਜਨਕ ਸਾਮਵੇਦ। ਤਾਂ ਸਾਮਵੇਦ ਨੂੰ ਸੰਗੀਤ ਦਾ ਜਨਕ ਕਿਹਾ ਜਾਂਦਾ।
ਤਾਂ ਇੱਥੇ ਆਪਾਂ ਤਿੰਨ ਵੇਦਾਂ ਬਾਰੇ ਜਾਣ ਲਿਆ। ਇੱਕ ਚੌਥਾ ਵੇਦ ਰਹਿ ਗਿਆ ਆਪਣਾ, ਇਹਦੇ ਬਾਰੇ ਪੜ੍ਹਦੇ ਹਾਂ। ਫਿਰ ਆਪਾਂ ਪੜਾਂਗੇ ਵੇਦਾਂਗਾਂ ਬਾਰੇ। ਚਲੋ ਅੱਗੇ ਸ਼ੁਰੂ ਕਰਦੇ ਹਾਂ ਆਪਣੇ ਅਥਰਵੇਦ ਨੂੰ। ਚੌਥਾ ਵੇਦ ਜੋ ਹੈ ਆਪਣਾ ਅਥਰਵੇਦ। ਹੁਣ ਆਪਣਾ ਆ ਗਿਆ ਅਥਰਵੇਦ, ਜਿਹੜਾ ਕਿ ਆਪਣਾ ਚੌਥਾ ਵੇਦ ਹੈ। ਚੌਥਾ ਵੇਦ ਹੈ ਤੇ ਸਭ ਤੋਂ ਨਵੀਨ ਹੈ। ਸਭ ਤੋਂ ਨਵੀਨ, ਨਵੀਨ ਭਾਵ ਨਵਾਂ, ਸਭ ਤੋਂ ਨਵਾਂ ਵੇਦ। ਪਹਿਲਾਂ ਤਾਂ ਇਹ ਕਲੀਅਰ ਹੋ ਜਾਣਾ ਚਾਹੀਦਾ ਕਿ ਸਭ ਤੋਂ ਨਵਾਂ ਵੇਦ ਕਿਹੜਾ ਹੈ, ਅਥਰਵੇਦ। ਇਸ ਤੋਂ ਬਾਅਦ ਕਿਸੇ ਵੇਦ ਦੀ ਰਚਨਾ ਨਹੀਂ ਹੋਈ ਹੈ, ਕਿਉਂਕਿ ਆਪਣੇ 4 ਹੀ ਵੇਦ ਨੇ ਤੇ ਚੌਥਾ ਵੇਦ ਹੈ ਅਥਰਵੇਦ। ਇਸ ਲਈ ਸਭ ਤੋਂ ਨਵਾਂ ਵੇਦ ਹੈ। ਫਿਰ ਹੈ ਇਸ ਨੂੰ ਪੜ੍ਹਨ ਵਾਲੇ ਨੂੰ ਕੀ ਕਿਹਾ ਜਾਂਦਾ, ਪੜ੍ਹਨ ਵਾਲਾ ਕੀ ਕਹਾਉਂਦਾ, ਇਸ ਨੂੰ ਤਾਂ ਜੋ ਪਾਠ ਕਰਦਾ ਉਹਨੂੰ ਕਿਹਾ ਜਾਂਦਾ ਆਪਾਂ ਬ੍ਰਹਮਾ। ਇਹ ਲੂਸੈਂਟ ਦੇ ਵਿੱਚ ਨਹੀਂ ਦਿੱਤਾ ਹੋਇਆ ਤੁਹਾਨੂੰ ਨਾਮ ਇਸ ਬਾਰੇ, ਪੜ੍ਹਨ ਵਾਲੇ ਦੇ ਨਾਮ। ਤਾਂ ਤੁਸੀਂ ਇੱਥੋਂ ਯਾਦ ਰੱਖ ਲੈਣਾ ਕਿ ਪੜ੍ਹਨ ਵਾਲਾ ਜੋ ਵਿਅਕਤੀ ਹੈ, ਅਥਰਵੇਦ ਦਾ ਪਾਠ ਕਰਨ ਵਾਲਾ ਵਿਅਕਤੀ ਹੈ, ਉਸ ਨੂੰ ਆਪਾਂ ਬ੍ਰਹਮਾ ਦੇ ਨਾਂ ਨਾਲ ਜਾਣਦੇ ਹਾਂ। ਫਿਰ ਇਹਦਾ ਇੱਕ ਹੋਰ ਕੁਐਸਚਨ ਬਣਦਾ ਕਿ ਇਹਦਾ ਉਪਵੇਦ ਕਿਹੜਾ ਹੈ। ਇਹਦਾ ਉਪਵੇਦ ਹੈਗਾ ਆਪਣਾ ਸ਼ਿਲਪ ਵੇਦ। ਸ਼ਿਲਪ ਵੇਦ, ਇਹਦਾ ਉਪਵੇਦ ਹੈਗਾ ਸ਼ਿਲਪ ਵੇਦ। ਪੁੱਛਿਆ ਜਾ ਸਕਦਾ ਹੈ ਕਿ ਅਥਰਵੇਦ ਦਾ ਉਪਵੇਦ ਕੀ ਹੈ, ਸ਼ਿਲਪ ਵੇਦ ਹੈ। ਫਿਰ ਇਹਦੇ ਵਿੱਚ ਦਿੱਤਾ ਕੀ ਹੋਇਆ, ਇਹਦੇ ਵਿੱਚ ਦਿੱਤਾ ਹੋਇਆ ਜਾਦੂ ਟੋਣਿਆਂ ਬਾਰੇ। ਜੋ ਜਾਦੂ ਟੋਣੇ ਕਰਦੇ ਆ ਉਹਦੇ ਬਾਰੇ। ਥੋੜਾ ਲਾਈਟ ਪੈ ਰਹੀ ਹੈ, ਥੋੜਾ ਸਾਈਡ ਤੇ ਕਰਕੇ ਲਿਖ ਦੇਣਾ ਮੈਂ। ਇੱਥੇ ਲਿਖ ਦੇਣਾ ਜਾਦੂ ਟੋਣੇ ਬਾਰੇ ਦੱਸਿਆ ਹੋਇਆ ਇਹਦੇ 'ਚ। ਇਹ ਟੋਣੇ ਟੋਟ ਕੇ ਜੋ ਕਰਦੇ ਨੇ ਪੰਡਿਤ, ਉਹਨਾਂ ਬਾਰੇ ਦਿੱਤਾ ਹੋਇਆ। ਫਿਰ ਹੈ ਵਸ਼ੀਕਰਨ। ਫਿਰ ਹੈ ਬਲੀਦਾਨ, ਜੋ ਬਲੀ ਦਿੰਦੇ ਸੀਗੇ ਗਾਇਆਂ ਦੀ, ਬੱਕਰਿਆਂ ਦੀ, ਉਹਨਾਂ ਬਾਰੇ ਇਹਦੇ ਵਿੱਚ ਦਿੱਤਾ ਹੋਇਆ। ਵਸ਼ੀਕਰਨ, ਕਿਸੇ ਨੂੰ ਵਸ ਵਿੱਚ ਕਰਨਾ। ਜਾਦੂ ਟੋਣੇ ਜੋ ਅੱਜ ਕੱਲ੍ਹ ਥੋੜ੍ਹੇ ਬਹੁਤੇ ਵੇਖਣ ਨੂੰ ਮਿਲਦੇ ਆ, ਉਹ ਸਭ ਕੁਛ ਮੰਤਰ ਵਗੈਰਾ ਇਹਦੇ 'ਚ ਦਿੱਤੇ ਹੋਏ ਆ, ਇਹ ਅਥਰਵੇਦ ਦੇ ਵਿੱਚ ਦਿੱਤੇ ਹੋਏ ਆ। ਤਾਂ ਇੱਕ ਅਥਰਵੇਦ ਦੀ ਇੱਕ ਬੁਰਾਈ ਹੋਰ ਵੀ ਸੀਗੀ, ਬੁਰਾਈ ਕਹਿ ਲਓ ਭਾਵੇਂ ਉਹਦਾ ਇੱਕ ਪਾਰਟ ਕਹਿ ਲਓ, ਕਿ ਕੰਨਿਆ ਦੇ ਜਨਮ ਦੀ ਨਿੰਦਾ ਕੀਤੀ ਗਈ ਹੈ। ਭਾਵ ਕੰਨਿਆ ਦੇ ਜਨਮ ਨੂੰ ਚੰਗਾ ਨਹੀਂ ਮੰਨਿਆ ਗਿਆ। ਇੱਥੇ ਕੰਨਿਆ ਦੇ ਜਨਮ ਦੀ ਨਿੰਦਾ ਕੀਤੀ ਗਈ ਹੈ। ਇੱਥੇ ਭਾਵ ਕੰਨਿਆ ਦੇ ਜਨਮ ਨੂੰ ਜੋ ਹੈ ਚੰਗਾ ਨਹੀਂ ਸਮਝਿਆ ਗਿਆ ਹੈ। ਭਾਵ ਨਿੰਦਾ ਕੀਤੀ ਗਈ ਹੈ ਇਸ ਦੀ, ਕੰਨਿਆ ਦੇ ਜਨਮ ਦੀ। ਕਰਨ ਵਾਲਾ ਵੇਦ, ਕੰਨਿਆ ਦੇ ਜਨਮ ਦੀ ਨਿੰਦਾ ਕਰਨ ਵਾਲਾ ਵੇਦ। ਤੇ ਇਹ ਕਿਹੜੇ ਦੇਵਤਾ ਦੇ ਨਾਲ ਸੰਬੰਧਿਤ ਹੈ। ਦੇਵਤਾ ਇਸ ਵੇਦ ਦੇ ਵਿੱਚ ਇੱਕ ਦੇਵਤਾ ਦਾ ਨਾਮ ਆਇਆ। ਉਹ ਕਿਹੜਾ ਦੇਵਤਾ, ਉਹ ਹੈਗਾ ਪ੍ਰਜਾਪਤੀ ਦੇਵਤਾ। ਪ੍ਰਜਾਪਤੀ, ਤੇ ਪ੍ਰਜਾਪਤੀ ਦੀਆਂ 2 ਪੁੱਤਰੀਆਂ ਦਾ ਨਾਮ ਆਇਆ। ਇਹਦੀਆਂ 2 ਪੁੱਤਰੀਆਂ ਭਾਵ ਕਹਿ ਲਓ, ਜਾਂ ਭਾਵ 2 ਬੇਟੀਆਂ ਕਹਿ ਲਓ। ਕਿਹੜੀਆਂ ਨੇ, ਪਹਿਲੀ ਹੈਗੀ ਹੈ ਸਭਾ, ਦੂਜੀ ਹੈਗੀ ਹੈ ਸਮਿਤੀ। ਸਭਾ ਤੇ ਸਮਿਤੀ ਪ੍ਰਜਾਪਤੀ ਦੇਵਤੇ ਦੀਆਂ 2 ਪੁੱਤਰੀਆਂ ਮੰਨੀਆਂ ਗਈਆਂ ਨੇ। ਤੇ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਬਹੁਤ ਵਾਰ ਕਿ ਸਭਾ ਤੇ ਸਮਿਤੀ ਕਿਸ ਦੀਆਂ ਪੁੱਤਰੀਆਂ ਸੀਗੀਆਂ, ਤਾਂ ਪ੍ਰਜਾਪਤੀ ਦੀਆਂ ਪੁੱਤਰੀਆਂ ਸੀਗੀਆਂ। ਤਾਂ ਇੱਥੇ ਆਪਣੇ 4 ਵੇਦ ਪੂਰੇ ਕੰਪਲੀਟ ਹੁੰਦੇ ਆ। 4 ਵੇਦਾਂ ਬਾਰੇ ਜੋ ਆਪਣਾ ਜਾਣਨਾ ਸੀਗਾ ਉਹ ਜਾਣ ਲਿਆ। ਅੱਗੇ ਆਪਾਂ ਵੇਦਾਂਗਾਂ ਬਾਰੇ ਪੜਾਂਗੇ, ਫਿਰ ਪੁਰਾਣਾਂ ਬਾਰੇ ਜਾਣਾਂਗੇ, ਪੁਰਾਣ ਕਿੰਨੇ ਆ। ਫਿਰ ਆਪਣੇ ਇਹ ਜੋ ਵੇਦ ਹੈ, ਵੇਦਾਂ ਤੋਂ ਬਾਅਦ ਆਪਾਂ ਪੜ੍ਹਦੇ ਹਾਂ ਵੇਦਾਂਗ। ਚਲੋ ਇੱਥੇ ਆਪਣਾ ਟੌਪਿਕ ਜੋ ਹੈ ਖਤਮ ਕਰਦੇ ਹਾਂ। ਧੰਨਵਾਦ। ਵੀਡੀਓ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰ ਲਓ। ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜੋ ਹੈ ਪ੍ਰੈਸ ਕਰ ਲਓ। ਧੰਨਵਾਦ।